According to eminent jurist L.M. Singhvi, directive principles are life-giving provisions of our Indian Constitution. A former CGI MC Chagla is in the view that if these principles are properly executed, properly carried out, then our country will be heaven on this earth. You know what principles I am talking about? I am talking about directive principles of state policy. That is our today's topic of discussion. To know these in detail, stay tuned with us. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਪਿਛਲੇ ਲੈਕਚਰ ਦੇ ਵਿੱਚ ਫੰਡਾਮੈਂਟਲ ਰਾਈਟ ਤੋਂ ਬਾਅਦ ਰਿਟ ਬਾਰੇ ਡਿਸਕਸ ਕੀਤਾ ਸੀ, ਤਾਂ ਆਪਾਂ ਪਾਰਟ 3 ਤੱਕ ਸਾਰਾ ਦੇਖ ਚੁੱਕੇ ਹਾਂ ਕਨਸਟੀਟਿਊਸ਼ਨ ਦੇ ਵਿੱਚ। ਅੱਜ ਆਪਾਂ ਡਿਸਕਸ ਕਰਾਂਗੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਜਿੰਦਾ ਪਹਿਲਾ ਕੁਐਸਚਨ ਹੀ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਦਾ ਬਣਦਾ ਹੈ ਕਿ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਆਪਣੇ ਕਿਹੜੇ ਪਾਰਟ ਦੇ ਵਿੱਚ ਹੈ। ਤਾਂ ਕੀ ਆਨਸਰ ਹੋਏਗਾ ਜੀ? ਪਾਰਟ 4। ਪਾਰਟ 4 ਆਫ ਇੰਡੀਅਨ ਕਨਸਟੀਟਿਊਸ਼ਨ ਟਾਕਸ ਅਬਾਊਟ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਸੈਕਿੰਡ ਹੈ ਜੀ ਆਰਟੀਕਲਸ ਕਿਹੜੇ ਕਵਰ ਹੁੰਦੇ ਆ ਇਹਦੇ 'ਚ? ਤਾਂ ਆਰਟੀਕਲਸ ਕਵਰ ਹੁੰਦੇ ਆ 36 ਤੋਂ ਲੈ ਕੇ 51 ਤੱਕ। ਠੀਕ ਹੈ ਜੀ। ਤੁਹਾਨੂੰ ਤੁਸੀਂ ਦੇਖਿਆ ਸੀ ਜਿਹੜੇ ਫੰਡਾਮੈਂਟਲ ਰਾਈਟ ਹੈ ਉਹ 12 ਤੋਂ 35 ਤੱਕ ਸੀ, ਤੇ ਜਿਹੜੇ ਆਪਣੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ 'ਤੇ ਕੀ ਹੈ? ਆਰਟੀਕਲ 36 ਤੋਂ 51 ਦੇ ਵਿੱਚ। ਹੁਣ ਆਪਾਂ ਦੇਖਦੇ ਹਾਂ ਇੱਕ ਚੀਜ਼ ਹੋਰ ਦੇਖ ਲਓ ਇੱਥੇ ਕਿ ਆਪਾਂ ਕਿੱਥੋਂ ਲਿੱਤੇ ਡਾਇਰੈਕਟਿਵ ਪ੍ਰਿੰਸੀਪਲ DPSP ਆਰ ਅਡੋਪਟਿਡ ਫਰੋਮ आयरिश कॉन्स्टिट्यूशन। आयरिश बोले तो आयरलैंड। ठीक है जी। तो डायरेक्टिव प्रिंसीपल ऑफ स्टेट पॉलिसी कॉन्स्टिट्यूशन के किहड़े पार्ट च? पार्ट 4। किहड़े आर्टिकल डील करते हैं? DPSP नाल आर्टिकल 36 तो 51। ठीक है जी। DPSP दे विच DPSP आर अडोप्टेड फ्रॉम आयरिश कॉन्स्टिट्यूशन, डैट इज़ आयरलैंड के कॉन्स्टिट्यूशन तो आपां की है इन्हां नूं अडोप्ट किया अपने कॉन्स्टिट्यूशन दे विच। हुण देखो डायरेक्टिव प्रिंसीपल्स स्टेट पॉलिसी समझने की कोशिश करांगे जी। देखो फस्ट जिहड़ा वर्ड है डायरेक्टिव, इहदा मतलब की है जो पंजाबी च आपां गल करांगे तो जिहड़ा अपना स्टेट है कोई भी, ठीक है, उनकी पॉलिसी दे दिशा निर्धारित सिद्धांत। देखो जी कोई भी स्टेट इहदे विच की है ਉਹ ਜਿਹੜਾ ਤੁਹਾਨੂੰ ਦੱਸਿਆ ਸੀਗਾ ਆਰਟੀਕਲ 12 ਦੇ ਵਿੱਚ ਵੀ ਸਟੇਟ ਦੀ ਡੈਫੀਨੇਸ਼ਨ ਆਪਾਂ ਡਿਸਕਸ ਕੀਤੀ ਸੀ। ਕੋਈ ਵੀ ਆਪਣੀ ਸੈਂਟਰਲ ਬੋਡੀ, ਕੋਈ ਵੀ ਆਪਣੀ, ਠੀਕ ਹੈ, ਸਟੇਟ ਲੈਜਿਸਲੇਚਰ ਨੂੰ ਆਪਾਂ ਸਟੇਟ ਕਹਿੰਦੇ ਹਾਂ। ਠੀਕ ਹੈ। ਹੁਣ ਜਦੋਂ ਵੀ ਉਹ ਆਪਣੀ ਮੰਨ ਲਓ ਫੋਰ ਐਗਜ਼ਾਮਪਲ ਆਪਣੇ ਪੰਜਾਬ ਦੇ ਵਿੱਚ ਕੋਈ ਗਵਰਨਮੈਂਟ ਬਣਨ ਜਾ ਰਹੀ ਹੈ, ਠੀਕ ਹੈ, ਕੋਈ ਪਾਰਟੀ ਹੈ ਜਿਨ੍ਹਾਂ ਦੀ ਗਵਰਨਮੈਂਟ ਕੀ ਹੈ ਬਣਨ ਜਾ ਰਹੀ ਹੈ ਜਾਂ ਆਪਣਾ ਮੈਨੀਫੈਸਟੋ ਲਿਖ ਰਿਹਾ, ਤਾਂ ਉਹਦੇ ਵਿੱਚ ਕੀ ਹੈ ਉਹ ਜੇ ਆਪਣੀ DPSP ਦੇ ਜਿਹੜੇ ਪ੍ਰੋਵੀਜ਼ਨਸ ਹੈ ਉਹਦੇ 'ਚੋਂ ਪ੍ਰੋਵੀਜ਼ਨ ਲੈ ਕੇ ਆਉਣਗੇ। ਠੀਕ ਹੈ। मतलब ਇਹਦੇ ਵਿੱਚ ਸਾਰੇ ਪ੍ਰੋਵੀਜ਼ਨ ਕਿਹੜੇ ਹੈ ਜਿਹੜੇ ਕਿ ਕਿਸੇ ਸਟੇਟ ਦੀ ਫੰਕਸ਼ਨਿੰਗ ਦੇ ਲਈ ਕੀ ਹੈ ਇੰਪੋਰਟੈਂਟ ਹੈ। ਮਤਲਬ ਜੇ ਕੋਈ ਗਵਰਨਮੈਂਟ ਆ ਰਹੀ ਹੈ ਜੇ ਉਹਦੇ 'ਚੋਂ ਇਹ ਪ੍ਰੋਵੀਜ਼ਨ ਲਊਗੀ DPSP ਦੇ ਵਿੱਚੋਂ ਤਾਂ ਉਹ ਕੀ ਹੈ ਉਹਦੀ ਫੰਕਸ਼ਨਿੰਗ ਦੇ ਲਈ ਕੀ ਹੈ ਵਧੀਆ ਹੋਣਗੇ। ਉਹ ਆਪਾਂ ਦੇਖਾਂਗੇ ਕਿਹੜੇ ਕਿਹੜੇ ਪ੍ਰੋਵੀਜ਼ਨਸ DPSP ਦੇ ਵਿੱਚ ਆਪਣੇ ਕੋਲ ਇਨਕਲੂਡ ਹੈ। ਠੀਕ ਹੈ ਜੀ। ਜਦੋਂ ਆਪਣੇ ਕਨਸਟੀਟਿਊਸ਼ਨ ਮੇਕਰਸ ਕਨਸਟੀਟਿਊਸ਼ਨ ਬਣਾ ਰਹੇ ਸੀ ਤਾਂ ਉਸ ਟਾਈਮ 'ਤੇ ਤੁਸੀਂ ਦੇਖਿਆ ਹੋਏਗਾ ਕਿ ਜਿਹੜਾ ਆਪਣਾ ਪ੍ਰੀਐਂਬਲ ਹੈ, ਜੇ ਆਪਾਂ ਪ੍ਰੀਐਂਬਲ ਦਾ ਨਿਚੋੜ ਕੱਢਾਂਗੇ ਤਾਂ ਪ੍ਰੀਐਂਬਲ ਦਾ ਨਿਚੋੜ ਇਹ ਹੈ ਕਿ ਇਹ ਆਪਾਂ ਨੂੰ ਕੀ ਇਨਸ਼ੋਰ ਕਰਦਾ ਹੈ? ਇਕਨੋਮਿਕਲ, ਪੋਲੀਟੀਕਲ ਐਂਡ ਸੋਸ਼ਲ ਜਸਟਿਸ। ਠੀਕ ਹੈ। ਇਹ ਤਿੰਨੇ ਜਸਟਿਸ ਹੈ ਜਿਹੜੇ, ਠੀਕ ਹੈ, ਇਹਨਾਂ ਨੇ ਐਕਚੁਅਲ ਦੇ ਵਿੱਚ ਇਹਨਾਂ ਲਈ ਆਪਣੇ ਸਾਧਨ ਕਿਹੜੇ ਹੈ ਵੀ ਜਿਹੜੇ ਆਪਾਂ ਨੂੰ ਇਹ ਜਸਟਿਸ ਦਵਾ ਸਕਦੇ ਆ? ਉਹ ਹੈ ਜੀ ਫੰਡਾਮੈਂਟਲ ਰਾਈਟ ਤੇ DPSP। ਫੰਡਾਮੈਂਟਲ ਰਾਈਟ ਆਪਾਂ ਪੜ੍ਹ ਚੁੱਕੇ ਹਾਂ, ਹੁਣ ਆਪਾਂ ਅੱਜ ਕਰ ਰਹੇ ਹਾਂ DPSP। ਹੁਣ ਇਹਦੇ 'ਚ ਆਪਾਂ ਡਿਫਰੈਂਸ ਦੇਖਾਂਗੇ ਪਹਿਲਾਂ ਜੀ ਜਿਹੜਾ ਆਪਾਂ ਫੰਡਾਮੈਂਟਲ ਰਾਈਟ ਕੀਤੇ ਤੇ DPSP ਕੀਤੇ ਵੀ ਅਲੱਗ-ਅਲੱਗ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਕਿਉਂ ਹੈ। ਫੰਡਾਮੈਂਟਲ ਰਾਈਟ, ਠੀਕ ਹੈ ਜੀ, ਇੱਕ ਸਾਈਡ ਤੇ ਆਪਣੇ ਕੋਲ ਇਹ ਹੈ, ਇੱਕ ਸਾਈਡ ਤੇ ਆਪਣੇ ਕੋਲ ਹੈ DPSP। ਠੀਕ ਹੈ। DPSP ਦਾ ਮਤਲਬ ਕੀ ਹੈ? ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਤਾਂ ਦੇਖੋ ਜਦੋਂ ਆਪਣੇ ਕਨਸਟੀਟਿਊਸ਼ਨ ਮੇਕਰ ਕਨਸਟੀਟਿਊਸ਼ਨ ਬਣਾ ਰਹੇ ਸੀ ਤਾਂ ਉਹਨਾਂ ਨੇ ਕੁਛ ਕੁ ਆਰਟੀਕਲਸ ਕਿਹਦੇ ਵਿੱਚ ਲਿਖੇ? ਫੰਡਾਮੈਂਟਲ ਰਾਈਟ 'ਚ, ਤੇ ਕੁਛ ਕਿਹਦੇ 'ਚ ਰੱਖਤੇ? DPSP ਦੇ ਵਿੱਚ। ਹੁਣ ਜਿਹੜੇ DPSP ਦੇ ਵਿੱਚ ਰੱਖੇ ਤਾਂ ਉਸ ਟਾਈਮ 'ਤੇ ਸਿਚੁਏਸ਼ਨ ਐਵੇਂ ਦੀ ਨਹੀਂ ਸੀ ਵੀ ਉਹਨਾਂ ਨੂੰ ਵੀ ਆਪਾਂ ਫੰਡਾਮੈਂਟਲ ਰਾਈਟ ਬਣਾ ਸਕੀਏ। ਠੀਕ ਹੈ। ਫੋਰ ਐਗਜ਼ਾਮਪਲ ਇਕਨੋਮਿਕ ਜਸਟਿਸ ਦੀ ਆਪਾਂ ਗੱਲ ਕਰੀਏ ਤਾਂ, ਠੀਕ ਹੈ, ਵੀ ਇਕਨੋਮਿਕਲੀ ਇਨਇਕੁਐਲਿਟੀ ਨਹੀਂ ਰਹਿਣੀ ਚਾਹੀਦੀ। ਤਾਂ ਉਸ ਟਾਈਮ 'ਤੇ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਸੀ ਤਾਂ ਉਸ ਟਾਈਮ 'ਤੇ ਉਵੇਂ ਪ੍ਰੋਵੀਜ਼ਨ ਨਹੀਂ ਸੀ, ਤਾਂ ਉਹਨਾਂ ਨੇ ਉਹਨਾਂ ਨੂੰ DPSP ਦੇ ਵਿੱਚ ਰੱਖਿਆ ਵੀ ਕੋਈ ਵੀ ਆਪਣੀ ਗਵਰਨਮੈਂਟ ਹੈ, ਠੀਕ ਹੈ, ਫੋਰ ਐਗਜ਼ਾਮਪਲ ਸੈਂਟਰ ਦੇ ਵਿੱਚ ਹੁਣ BJP ਚੱਲ ਰਹੀ ਹੈ, ਠੀਕ ਹੈ, ਤਾਂ ਉਹ ਕੀ ਹੈ DPSP ਦੇ ਸਿਧਾਂਤਾਂ ਨੂੰ ਧਿਆਨ ਦੇ ਰੱਖਦੇ ਹੋਏ ਆਪਣੀ ਫੰਕਸ਼ਨਿੰਗ ਕਰਨਗੇ।
ठीक है, या स्टेट गवर्नमेंट है या कि अपनी सेंट्रल गवर्नमेंट है। तो ਜਿਹੜੇ ਉਹ ਵਾਲੇ प्रोविजन सारे ਕਹਿੰਦੇ ਚ ਆ ਜਾਣਗੇ DPSP ਦੇ ਵਿੱਚ। ਤੇ ਫੰਡਾਮੈਂਟਲ ਰਾਈਟ ਦੇ ਵਿੱਚ ਕੀ ਆ ਜਾਣਗੇ, ਜਿਹੜੇ ਆਪਾਂ ਪਿਛਲੇ ਲੈਕਚਰ ਵਿੱਚ ਪੜ੍ਹੇ ਸੀਗੇ, ਠੀਕ ਹੈ, ਰਾਈਟ ਟੂ ਲਾਈਫ ਹੋ ਗਿਆ, ਅਬੋਲਿਸ਼ਨ ਆਫ ਅਨਟਚੇਬਿਲਿਟੀ, ਠੀਕ ਹੈ, ਅਬੋਲਿਸ਼ਨ ਆਫ ਟਾਈਟਲਸ, ਇਹ ਸਾਰਾ ਕੀ ਸੀ ਫੰਡਾਮੈਂਟਲ ਰਾਈਟ। ਹੁਣ ਬੇਸਿਕ ਡਿਫਰੈਂਸ ਇਹਨਾਂ ਦੋਨਾਂ ਦੇ ਵਿੱਚ ਕੀ ਹੈ, ਤੁਹਾਡੇ ਦਿਮਾਗ ਦੇ ਵਿੱਚ ਵੀ ਇਹ ਚੀਜ਼ ਆ ਸਕਦੀ ਹੈ ਕਿ ਜਿਹੜਾ ਫੰਡਾਮੈਂਟਲ ਤੇ DPSP ਨੂੰ ਅਲੱਗ-ਅਲੱਗ ਹੀ ਕਿਉਂ ਰੱਖਿਆ, ਠੀਕ ਹੈ। ਤਾਂ ਉਹ ਸਭ ਤੋਂ ਜਿਹੜਾ ਮੇਨ ਡਿਫਰੈਂਸ ਇਹਦਾ ਕਿ ਆਪਾਂ ਕੀਤਾ ਸੀ ਫੰਡਾਮੈਂਟਲ ਰਾਈਟ ਆਰ ਜਸਟਿਸੀਏਬਲ ਬਟ DPSP ਆਰ ਨੋਨ ਜਸਟਿਸੀਏਬਲ। ਇਹਦਾ ਮਤਲਬ ਕੀ ਹੈ? ਹੁਣ ਦੇਖੋ ਜੀ, ਮੈਂ ਤੁਹਾਨੂੰ ਦੱਸਿਆ ਸੀ ਤੁਹਾਡੀ ਲੋਕੈਲਿਟੀ ਦੇ ਵਿੱਚ, ਤੁਹਾਡੀ ਸਰਾਊਂਡਿੰਗ ਦੇ ਵਿੱਚ ਕਿਤੇ ਵੀ ਜੇ ਫੰਡਾਮੈਂਟਲ ਰਾਈਟ ਦੀ ਵਾਇਓਲੇਸ਼ਨ ਹੋ ਰਹੀ ਹੈ, ਦੈਨ ਯੂ ਕੈਨ ਗੋ ਟੂ ਡਾਇਰੈਕਟਲੀ ਗੋ ਟੂ ਸੁਪਰੀਮ ਕੋਰਟ ਐਂਡ ਹਾਈ ਕੋਰਟ ਫॉर ਦੀ ਵਾਇਓਲੇਸ਼ਨ ਆਫ योर फंडामेंटल राइट। या ਤੁਹਾਡੀ ਲੋਕੈਲਿਟੀ ਦੇ ਵਿੱਚ ਕਿਸੇ ਦਾ ਫੰਡਾਮੈਂਟਲ ਰਾਈਟ ਵਾਇਓਲੇਟ ਹੋ ਗਿਆ, ਤੁਹਾਡੀ ਸਿੱਧੀ ਤੁਸੀਂ ਕੀ ਹੈ ਸੁਪਰੀਮ ਕੋਰਟ ਜਾਂ ਹਾਈ ਕੋਰਟ ਦਾ ਦਰਵਾਜ਼ਾ ਕੀ ਹੈ ਖਟਖਟਾ ਸਕਦੇ ਹੋ, ਠੀਕ ਹੈ। ਬਟ DPSP ਦੇ ਵਿੱਚ ਐਦਾਂ ਦਾ ਕੁਝ ਵੀ ਨਹੀਂ ਹੈ, ਨੋਨ ਜਸਟਿਸੀਏਬਲ ਹੈ। ਤੁਸੀਂ ਇਹਨਾਂ ਦੀ ਵਾਇਓਲੇਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਤੱਕ, ਹਾਈ ਕੋਰਟ ਤੱਕ ਨਹੀਂ ਜਾ ਸਕਦੇ। ਇਹ ਇਹਨਾਂ 'ਚ ਮੇਨ ਡਿਫਰੈਂਸ ਹੈ। ਫੰਡਾਮੈਂਟਲ ਰਾਈਟਸ ਆਰ ਜਸਟਿਸੀਏਬਲ ਰਾਈਟਸ ਐਂਡ DPSP ਆਰ ਨੋਨ ਜਸਟਿਸੀਏਬਲ ਰਾਈਟਸ। ਹੁਣ ਨੋਨ ਜਸਟਿਸੀਏਬਲ ਰਾਈਟਸ ਨੂੰ ਬਿਲਕੁਲ ਆਪਾਂ ਇੱਕ ਐਗਜ਼ਾਮਪਲ ਨਾਲ ਦੇਖੀਏ। ਫਸਟ ਆਫ ਆਲ ਜਿਹੜੀ ਐਗਜ਼ਾਮਪਲ ਮੈਂ ਸ਼ੇਅਰ ਕਰ ਰਿਹਾ ਉਹ ਜਸਟ ਕਾਲਪਨਿਕ ਸਟੋਰੀ ਹੈ। ਦੇਖੋ ਜੀ, ਫੋਰ ਐਗਜ਼ਾਮਪਲ DPSP ਦੇ ਵਿੱਚ ਇੱਕ ਪ੍ਰੋਵੀਜ਼ਨ ਹੈ, ਇਹ ਸਾਰਾ ਕੁਝ ਕਾਲਪਨਿਕ ਹੈ ਜੀ, ਧਿਆਨ ਰੱਖਿਓ। DPSP ਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਵੀ ਪੰਜਾਬ ਦੇ ਵਿੱਚ ਡਿਜੀਟਲ ਲਿਟਰੇਸੀ ਨੂੰ ਪ੍ਰਮੋਟ ਕਰਨ ਦੇ ਲਈ ਸਾਰਿਆਂ ਕੋਲ ਮੋਬਾਈਲ ਫੋਨ ਹੋਣਾ ਚਾਹੀਦਾ, ਠੀਕ ਹੈ ਜੀ। ਡਿਜੀਟਲ ਲਿਟਰੇਸੀ ਨੂੰ ਪ੍ਰਮੋਟ ਕਰਨ ਦੇ ਲਈ ਪੰਜਾਬ ਦੇ ਵਿੱਚ ਸਾਰੇ ਯੂਥ ਕੋਲ ਕੀ ਹੈ ਮੋਬਾਈਲ ਫੋਨ ਹੋਣਾ ਚਾਹੀਦਾ। ਤਾਂ ਉੱਥੋਂ ਆਪਣੀ ਜਿਹੜੀ ਗਵਰਨਮੈਂਟ ਨੇ ਇੱਕ ਪ੍ਰੋਵੀਜ਼ਨ ਚੱਕ ਲਿਆ ਤੇ ਆਪਣੇ ਮੈਨੀਫੈਸਟੋ 'ਚ ਲਿਖਤਾ। ਮੈਨੀਫੈਸਟੋ ਮਤਲਬ ਕੀ ਹੁੰਦਾ, ਇਲੈਕਸ਼ਨ ਤੋਂ ਪਹਿਲਾਂ ਜੋ ਉਹ ਮੈਨੀਫੈਸਟੋ ਡਿਕਲੇਅਰ ਕਰਦੇ ਵੀ ਆਹ ਚੀਜ਼ਾਂ ਅਸੀਂ ਤੁਹਾਡੇ ਲਈ ਕਰਾਂਗੇ। ਤਾਂ ਉਹਨਾਂ ਨੇ ਤੁਹਾਨੂੰ ਕਹਿਤਾ ਵੀ ਹਾਂਜੀ ਮੋਬਾਈਲ ਫੋਨਸ ਸਾਰੇ ਯੂਥ ਨੂੰ ਵੰਡੇ ਜਾਣਗੇ, ਠੀਕ ਹੈ ਜੀ। ਮੋਬਾਈਲ ਫੋਨਸ ਸਾਰੇ ਯੂਥ ਨੂੰ ਕੀ ਹੈ ਵੰਡੇ ਜਾਣਗੇ ਤਾਂ ਜੋ ਸਾਰੇ ਕੀ ਹੈ ਆਪਣਾ ਬੇਰੁਜ਼ਗਾਰੀ ਨੂੰ ਭੁੱਲ ਕੇ, ਠੀਕ ਹੈ, ਮੋਬਾਈਲ ਨੂੰ ਸਾਰਾ ਯੂਜ਼ ਕਰ ਸਕਣ, ਠੀਕ ਹੈ। YouTube ਉਹਨਾਂ ਨੂੰ 1 GB ਨੈਟ ਵੀ ਰੋਜ਼ ਦਾ ਦਿੱਤਾ ਜਾਏਗਾ, ਠੀਕ ਹੈ। ਤਾਂ ਇਹ ਪ੍ਰੋਵੀਜ਼ਨ ਤੁਹਾਡੀ ਗਵਰਨਮੈਂਟ ਨੇ ਕੀ ਕਰਤਾ, ਤੁਹਾਨੂੰ ਇਨਸ਼ੋਰ ਕਰਤੀ ਵੀ ਇਹ ਚੀਜ਼ ਕੀ ਹੈ ਆਪਾਂ ਦੇਵਾਂਗੇ। ਹੁਣ 3 ਸਾਲ ਹੋ ਗਏ ਬਟ ਮੋਬਾਈਲ ਨਹੀਂ ਮਿਲੇ। ਮੰਨ ਲਓ ਵੀ 3 ਸਾਲ ਹੋ ਗਏ, ਉਹ ਜਿਹੜਾ ਪ੍ਰੋਮਿਸ ਸੀਗਾ ਗਵਰਨਮੈਂਟ ਦਾ ਉਹ ਤੁਹਾਨੂੰ ਮੋਬਾਈਲ ਨਹੀਂ ਮਿਲੇ। ਤਾਂ ਇਹਦਾ ਮਤਲਬ ਤੁਸੀਂ ਸੁਪਰੀਮ ਕੋਰਟ ਜਾਂ ਹਾਈ ਕੋਰਟ 'ਚ ਜਾ ਸਕਦੇ ਹੋ ਇਸ ਚੀਜ਼ ਨੂੰ ਲੈ ਕੇ ਵੀ ਸਰਕਾਰ ਨੇ ਤਾਂ ਕਿਹਾ ਸੀ ਮੋਬਾਈਲ ਦੇਵਾਂਗੇ ਪਰ ਦਿੱਤੇ ਨਹੀਂ, ਤੁਸੀਂ ਨਹੀਂ ਜਾ ਸਕਦੇ। ਦਿਸ ਇਜ਼ ਨੋਨ ਐਜ਼ ਨੋਨ ਜਸਟਿਸੀਏਬਲ। ਮਤਲਬ DPSP ਦਾ ਕੋਈ ਵੀ ਪ੍ਰੋਵੀਜ਼ਨ ਹੈ ਜੇ ਕੋਈ ਸਰਕਾਰ ਫੋਲੋ ਨਹੀਂ ਕਰ ਰਹੀ ਤਾਂ ਤੁਸੀਂ ਕੀ ਹੈ ਉਸ ਚੀਜ਼ ਨੂੰ ਵਾਇਓਲੇਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਨਹੀਂ ਜਾ ਸਕਦੇ। ਇਹ ਚੀਜ਼ ਹੈ DPSP ਦੇ ਵਿੱਚ, ਠੀਕ ਹੈ। ਇਹ ਇੱਕ ਮੋਰਲ ਐਪਲੀਕੇਸ਼ਨ ਹੈ। ਮੋਰਲ ਐਪਲੀਕੇਸ਼ਨ ਕਿਹਦੇ ਤੇ ਹੈ ਜੀ, ਸਰਕਾਰ ਤੇ, ਵੀ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਹੈ ਉਹ ਕਰੰਟ ਪੋਲਿਸੀ ਦੇ ਵਿੱਚ ਲਿਆਉਣੀਆਂ ਕਿ ਨਹੀਂ ਲਿਆਉਣੀਆਂ। ਤੁਸੀਂ ਉਹਦੇ 'ਚ ਕੁਝ ਨਹੀਂ ਕਰ ਸਕਦੇ, ਤੁਸੀਂ ਸਿਰਫ ਬਦਲਾ ਲੈ ਸਕਦੇ ਹੋ 5 ਸਾਲ ਬਾਅਦ, ਠੀਕ ਹੈ ਜੀ। ਤਾਂ ਇਹ ਸੀਗਾ ਆਪਣਾ DPSP ਦੀ ਬੇਸਿਕ ਨੌਲੇਜ, ਠੀਕ ਹੈ। ਤਾਂ DPSP ਨੂੰ ਅੱਗੋਂ DPSP ਦੇ ਜਿਹੜੇ ਆਰਟੀਕਲਸ ਉਹਨੂੰ ਦੇਖਦੇ ਹਾਂ ਆਪਾਂ। ਹੁਣ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ 36 ਤੋਂ 51 ਤੱਕ ਹੁੰਦੇ ਹੈ, 36 ਆਰਟੀਕਲ ਤੋਂ ਲੈ ਕੇ 51 ਤੱਕ ਹੈ। ਤਾਂ 36 ਆਰਟੀਕਲ ਕੀ ਦੱਸਦਾ, ਡੈਫੀਨੇਸ਼ਨ ਆਫ ਸਟੇਟ ਸੇਮ ਐਜ਼ ਡੈਟ ਆਫ 12 ਆਰਟੀਕਲ। ਇਹਦਾ ਕੁਛ ਨਹੀਂ ਤੁਸੀਂ ਯਾਦ ਕਰਨਾ, ਤੁਸੀਂ ਸਿਰਫ ਇਹ ਯਾਦ ਕਰਨਾ ਹੈ ਕਿ ਜਿਹੜਾ 12 ਤੀਆ 36, 12 ਤੇ 36 ਆਰਟੀਕਲ ਦੋਵੇਂ ਕੀ ਹੈ ਸੇਮ ਹੈ। 12 ਆਰਟੀਕਲ ਵੀ ਸਟੇਟ ਦੀ ਡੈਫੀਨੇਸ਼ਨ ਦੱਸਦਾ ਤੇ 36 ਆਰਟੀਕਲ ਵੀ ਸਟੇਟ ਦੀ ਡੈਫੀਨੇਸ਼ਨ ਦੱਸਦਾ। 37ਵਾਂ ਆਰਟੀਕਲ ਮੈਂ ਤੁਹਾਨੂੰ ਸਾਰੀ ਡਿਸਕਸ਼ਨ ਦੇ ਵਿੱਚ ਚੰਗੀ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਪਾ ਦਿੱਤਾ ਹੋਇਆ, ਉਹ ਕੀ ਹੈ, DPSP ਆਰ ਨੋਨ ਜਸਟਿਸੀਏਬਲ। ਨੋਨ ਜਸਟਿਸੀਏਬਲ ਇਹ ਸਾਰੀ ਡਿਸਕਸ਼ਨ ਆਪਾਂ ਕੀਤੀ ਇੱਕੋ ਮੁੱਦੇ ਤੇ ਕਿ ਜਿਹੜੇ ਫੰਡਾਮੈਂਟਲ ਰਾਈਟਸ ਹੈ ਉਹ ਨੋਨ ਜਸਟਿਸੀਏਬਲ ਹੈ। ਤਾਂ 37ਵਾਂ ਆਰਟੀਕਲ ਵੀ ਇਹੀ ਕਹਿੰਦਾ ਜੀ DPSP ਆਰ ਨੋਨ ਜਸਟਿਸੀਏਬਲ। ਇਹਦੀ ਵਾਇਓਲੇਸ਼ਨ ਨੂੰ ਲੈ ਕੇ ਤੁਸੀਂ ਸੁਪਰੀਮ ਕੋਰਟ ਹਾਈ ਕੋਰਟ ਤੱਕ ਨਹੀਂ ਜਾ ਸਕਦੇ, ਠੀਕ ਹੈ ਜੀ। ਇਹ ਸੀਗਾ ਆਪਣਾ 36 37 ਆਰਟੀਕਲ। ਅੱਗੋਂ ਆਰਟੀਕਲ ਦੀ ਸਟੱਡੀ ਦੇ ਲਈ ਆਪਾਂ ਜਿਹੜੇ ਆਰਟੀਕਲਸ ਸਾਰੇ ਉਹਨਾਂ ਨੂੰ ਕੀ ਹੈ ਡਿਵਾਈਡ ਕੀਤਾ ਹੈ 3 ਪ੍ਰਿੰਸੀਪਲਸ ਦੇ ਵਿੱਚ। ਆਪਾਂ ਪਹਿਲਾ ਪ੍ਰਿੰਸੀਪਲ ਦੇਖਦੇ ਹਾਂ, ਸੋਸ਼ਲਿਸਟਿਕ।
ਸੋਸ਼ਲਿਸਟਿਕ ਪ੍ਰਿੰਸੀਪਲਸ ਦੇ ਵਿੱਚ ਕਿਹੜੇ ਆਰਟੀਕਲ ਆਉਂਦੇ ਆ 38 ਤੋਂ ਲੈ ਕੇ 51 ਤੱਕ। 36 37 ਤਾਂ ਆਪਾਂ ਕਰ ਲਏ। 38 ਤੋਂ ਲੈ ਕੇ 51 ਤੱਕ ਜਿਹੜੇ ਆਰਟੀਕਲਸ ਆਉਂਦੇ ਆ ਉਹਦੇ ਵਿੱਚੋਂ ਵੀ ਕੁਝ ਆਰਟੀਕਲਸ ਆਉਣਗੇ ਸੋਸ਼ਲਿਸਟਿਕ ਦੇ ਵਿੱਚ, ਕੁਝ ਹੋਣਗੇ ਗਾਂਧੀਅਨ 'ਚ, ਕੁਝ ਹੋਣਗੇ ਲਿਬਰਲ 'ਚ। ਆਪਾਂ ਤਿੰਨੋਂ ਸਟੱਡੀ ਕਰਾਂਗੇ। ਸੋਸ਼ਲਿਸਟਿਕ ਦੇ ਵਿੱਚ ਜਿਹੜੇ ਆਰਟੀਕਲ ਆਉਣਗੇ ਉਹਨਾਂ ਦਾ ਮੇਨ ਮਕਸਦ ਆਰਟੀਕਲਸ ਦਾ ਇਹੀ ਹੋਊਗਾ, ਸੋਸ਼ਲ ਵੈਲਫੇਅਰ ਕ੍ਰੀਏਟ ਕਰਨਾ ਕਿਸੇ ਸਟੇਟ ਦੇ ਵਿੱਚ, ਕਿ ਮਤਲਬ ਸਟੇਟ ਨੂੰ ਇੱਕ ਵੈਲਫੇਅਰ ਸਟੇਟ ਵੱਲ ਲਿਜਾਣ ਦੀ ਕੋਸ਼ਿਸ਼ ਇਹਨਾਂ ਆਰਟੀਕਲਸ ਦੇ ਰਾਹੀਂ ਦੇਖਦੇ ਹਾਂ ਕੀ ਹੈ। ਆਰਟੀਕਲ 38 to minimize inequality in income and status। मतलब आर्टिकल 30 ये कह रहा है कि जी अपनी इनकुਐਲਿਟੀ है इनकम की स्टेटस की वो सोसाइटी के मिनीमाइज करने की कोशिश करनी चाहिए है गवर्नमेंट दियाँ पॉलिसीज़ ਨੂੰ। फॉर एग्जाम्पल इनका ये भी कह सकते हैं कि वैलफेयर स्कीम्स लियानियां चाहिए वा डाउन ट्रोडन के लिए, पुअर के लिए, ठीक है, ताकि की है अपनी जी इक्वैलिटी की इनकुਐਲਿਟੀ जी सोसाइटी के की है खत्म की जा सके। ये सीगा अपना आर्टिकल 38, ठीक है। दैन आर्टिकल 39, आर्टिकल 39 च होर भी बहुत प्रोविजन है, बट सब तो जो मेन है वो है जी ਜਿਹੜੇ पंजाब गवर्नमेंट के अंडर तुसी तैयारी कर रहे हो, ठीक है, या कोई जॉब कर रहे हो, तुहानूं पता होएगा कि अपने पंजाब दे विच प्रोबेशन पीरियड हुंदा है, ठीक है। प्रोबेशन पीरियड 2 साल 3 साल का चल रहा है हुण इस टाइम ते। 2015 तो पहलों जिहड़ियां नोटिफिकेशन आईयां सी उन्हां दा 2 साल, हुण 3 साल। हुण 3 साल का प्रोबेशन चल रहा है, ठीक है। 3 साल के प्रोबेशन दे विच एक टीचर नूं 10,300 तनख्वाह मिल रही है। उसे स्कूल दे विच ही किसी होर टीचर नूं 45,000 पे मिल रही है, ठीक है। काम दोनों की कर रहे हैं, सेम कर रहे हैं, ठीक है। तो वाई देयर इज़ अ डिफरेंस इन पे, वेजिस दे विच डिफरेंस क्यों है? तो ये जो DPSP सीगा इक्वल पे फॉर इक्वल वर्क का ये अपना की है हुणे सुप्रीम कोर्ट की रूलिंग आई सी भी देयर शुड बी अ इक्वल पे फॉर इक्वल वर्क। और रूलिंग का बेस की सीगा, और रूलिंग का बेस है जी डायरैक्टिव प्रिंसीपल ऑफ स्टेट पॉलिसी। उनदे विच भी जे तुसी ज़्यादा डेप्थ च जाओ तो उनका बेस सीगा आर्टिकल 39, ठीक है। आर्टिकल 39 इंश्योर करता है भी देयर शुड बी इक्वल पे फॉर इक्वल वर्क। हजे कई स्टेट्स ने ये जी प्रोविजन अपना ली है, बट हजे पंजाब के प्रोविजन नहीं आई, ठीक है। होप करते हैं कि आप जल्दी ये प्रोविजन पंजाब के भी आऊगी, क्योंकि सुप्रीम कोर्ट की रूलिंग आ चुकी है इहदे ते इक्वल पे फॉर इक्वल वर्क ते। नैक्सट आप देखते हैं आर्टिकल 39A। आर्टिकल 39A कहता है जी फ्री लीगल एड टू ऑल, मतलब कोई भी है उन्होंने लीगल एड की है फ्री दी जाएगी, ठीक है। इक्वल प्रोटैक्शन ऑफ लॉ भी आप इन्हों कह सकते हैं। ये सी कहते आर्टिकल 39A दे विच, ठीक है जी। नैक्सट आप देखते हैं आर्टिकल 41 कहता है राइट टू वर्क दे सिद्धांत आर्टिकल 41 कि हर एक नूं की है राइट टू वर्क का की है अधिकार होना चाहिए काम करने का, ठीक है। इनदे होर एक प्रोविजन है इहदे विच पब्लिक असिस्टेंस in case of old age and unemployment। देखो जी जे कल नूं अपनी प्रेजेंट गवर्नमेंट पंजाब की ये अनाउंस कर दी है भी जिन्ने भी अनएम्पलॉयड यूथ है, ठीक है, उन्होंने बेरोजगारी भत्ता दिता जाऊगा, ठीक है। उन्होंने की है बेरोजगारी भत्ता दिता जाऊगा। तो उनका बेस की होएगा जी आर्टिकल 41।
ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੁਣ ਤੁਹਾਨੂੰ ਪਤਾ ਲੱਗਦਾ ਹੈਗਾ ਕਿ ਕਿਉਂ ਆਪਣੇ ਜਿਹੜੇ ਮੇਨ ਆਪਣੇ ਕਨਸਟੀਟਿਊਸ਼ਨ ਲੀਡਰ ਸੀਗੇ ਉਹਨਾਂ ਨੇ ਕਿਉਂ ਇਹ ਪ੍ਰੋਵੀਜ਼ਨ ਕੀ ਅਪਣਾਈ, ਕਿਉਂਕਿ ਇਹਦੇ ਵਿੱਚ ਹਰ ਇੱਕ ਪ੍ਰਿੰਸੀਪਲ ਕਿਹਦੇ ਨਾਲ ਰਿਲੇਟ ਕਰ ਰਿਹਾ ਹੈ, ਇਕਨੋਮਿਕ, ਸੋਸ਼ਲ ਤੇ ਪੋਲੀਟੀਕਲ ਜਸਟਿਸ। ਤਾਂ ਇਹ ਪਾਰਟਿਕੂਲਰਲੀ ਕਿਹੜੇ ਹੈ, ਸੋਸ਼ਲ ਵੈਲਫੇਅਰ ਦੇ ਵਾਸਤੇ। ਠੀਕ ਹੈ, ਵੀ ਜਿਹੜੇ ਅਨਇੰਪਲੋਇਮੈਂਟ ਹੈ ਜਾਂ 올ਡ ਏਜ ਪੈਨਸ਼ਨ ਦਾ ਜਿਹੜਾ ਸਿਧਾਂਤ ਹੈ ਉਹ ਕਿੰਦੇ ਚੋਂ ਆਇਆ, ਆਰਟੀਕਲ 41 ਚੋਂ, ਜਿਹੜਾ ਕਿ ਕਹਿੰਦੇ ਚ DPSP ਦੇ ਵਿੱਚ ਹੈ। ਇੱਕ ਚੀਜ਼ ਹੋਰ ਨੋਟ ਕਰਨੀ ਬਣਦੀ ਹੈ ਇੱਥੇ ਕਿ ਜਿਹੜਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਹੈ ਜੀ, ਇਹਦੇ ਚੋਂ ਬਹੁਤ ਸਾਰੇ ਕਈ ਆਪਾਂ ਪ੍ਰੋਵੀਜ਼ਨ ਚੱਕ ਕੇ ਉਹਨਾਂ ਨੂੰ ਫੰਡਾਮੈਂਟਲ ਰਾਈਟ ਵੀ ਬਣਾਇਆ ਹੋਇਆ ਹੈ। ਉਹਦੀ ਇੱਕ ਪਰਫੈਕਟ ਐਗਜ਼ਾਮਪਲ ਹੈ ਰਾਈਟ ਟੂ ਐਜੂਕੇਸ਼ਨ। ਰਾਈਟ ਟੂ ਐਜੂਕੇਸ਼ਨ ਆਪਣਾ ਪਹਿਲਾ ਫੰਡਾਮੈਂਟਲ ਰਾਈਟ ਨਹੀਂ ਸੀ ਜਦੋਂ ਕਨਸਟੀਟਿਊਸ਼ਨ ਬਣਿਆ, ਆਪਣੇ DPSP ਦੇ ਵਿੱਚ ਪ੍ਰੋਵੀਜ਼ਨ ਹੈਗਾ ਸੀ। ਠੀਕ ਹੈ, ਤਾਂ ਉੱਥੋਂ ਚੱਕ ਕੇ ਕੀ ਹੈ ਇਹਨੂੰ ਫੰਡਾਮੈਂਟਲ ਰਾਈਟ ਵੀ ਬਣਾਇਆ ਗਿਆ। ਠੀਕ ਹੈ, ਚਲੋ ਆਰਟੀਕਲ 41 ਕੀ ਹੈ, ਰਾਈਟ ਟੂ ਵਰਕ, ਪਬਲਿਕ ਅਸਿਸਟੈਂਸ ਇਨ ਕੇਸ ਆਫ 올ਡ ਏਜ ਐਂਡ ਅਨਇੰਪਲੋਇਮੈਂਟ। 올ਡ ਏਜ ਦੇ ਵਿੱਚ ਮਤਲਬ ਸਾਰਿਆਂ ਨੂੰ ਪਬਲਿਕ ਅਸਿਸਟੈਂਸ ਮਿਲਣਾ ਚਾਹੀਦਾ ਹੈ। ਠੀਕ ਹੈ, 올ਡ ਏਜ ਹੋਮ ਆ ਗਏ, ਜਿਵੇਂ 올ਡ ਏਜ ਪੈਨਸ਼ਨ ਆ ਗਈ। ਅਨਇੰਪਲੋਇਮੈਂਟ ਦੇ ਵਿੱਚ ਕਈ ਸਟੇਟ ਪ੍ਰੋਵਾਈਡ ਵੀ ਕਰਦੇ ਆ। ਠੀਕ ਹੈ, ਬੇਰੁਜ਼ਗਾਰੀ ਭੱਤਾ। ਠੀਕ ਹੈ, ਤਾਂ ਇਹ ਚੀਜ਼ਾਂ ਕਿਹਦੇ ਅੰਡਰ ਆ ਜਾਂਦੀਆਂ ਆਪਣੇ ਕੋਲ, ਆਰਟੀਕਲ 41 ਦੇ ਅੰਡਰ ਆ ਜਾਂਦੀ ਹੈ। ਠੀਕ ਹੈ, ਦੈਨ ਆਰਟੀਕਲ 42। ਆਰਟੀਕਲ 42 ਕਹਿੰਦਾ ਜੀ ਜਸਟ ਐਂਡ ਹਿਊਮਨ ਕੰਡੀਸ਼ਨ ਐਟ ਵਰਕ ਪਲੇਸ। ਇਹਨੂੰ ਨੋਟ ਕਰੋ 1 ਸੈਕਿੰਡ, ਆਪਾਂ ਡਿਸਕਸ ਕਰਦੇ ਹਾਂ। देखो जी, आर्टिकल 42 कहता है जस्ट एंड ह्यूमेन कंडीशनस एट वर्क प्लेस। फॉर एग्जाम्पल तुसी किते जॉब कर रहे हो, ठीक है, तुसी किते जॉब कर रहे हो तो तुहाडा इन्वायरमेंट किहड़ा होना चाहिए, जस्ट एंड ह्यूमेन। फॉर एग्जाम्पल तुहाडे नाल किसी भी तरह का की नहीं होना चाहिए भी कंडीशनस की है, अनफेवरेबल नहीं होने चाहिए तुहाडे ऑफिस दे विच, तुहाडे वर्क प्लेस दे विच। इहदी परफेक्ट एग्जाम्पल है जी मैटरनिटी रिलीफ। ठीक है, एग्जाम्पल तुसी देख सकते हो, मैटरनिटी रिलीफ। ठीक है, चाहे प्राइवेट है चाहे पब्लिक है, तुहानू भी पता है जी मैटरनिटी लीव दी जाती है 6 मंथ की। ठीक है, चाहे वह प्राइवेट दे विच है चाहे वह पब्लिक दे विच है। तो वह जो प्रोविजन कितों आया, उनका बेस की है जी, उनका बेस है जी आर्टिकल नंबर 42 अंडर डायरैक्टिव प्रिंसीपल ऑफ स्टेट पॉलिसी। होप तुहानू सारियां चीज़ां बिल्कुल क्रिस्टल क्लीयर हो रही होणगियां। ठीक है, कोई भी डाउट होवे, कोई भी कंसैप्ट ब्लर होवे तो कमेंट सैक्शनस आर ऑलवेज ओपन टू यू। ठीक है, नैक्सट आप देखेंगे जी आर्टिकल 42 हो गया। आर्टिकल 43, आर्टिकल 43 गल करता है जी लिविंग वेजिस। लिविंग वेजिस, कोई परसन तुहाडी कंपनी दे विच काम कर रहा है, ठीक है, उनकी तनख्वाह वेज पे इन्नी ज़्यादा घट नहीं होनी चाहिए कि अपना गुजारा ही ना कर सके। ठीक है, तो जिहड़ा लेबर लॉज दे विच मिनिमम वेजिस एक्ट है, ठीक है, उन्हों का बेस की है जी आर्टिकल नंबर 43 अंडर DPSP। ये सारे प्रोविजन चक्के गए डायरैक्टिव प्रिंसीपल ऑफ स्टेट पॉलिसी तो अपन पॉलिसीज़ दे विच, ताकि अपना स्टेट है जिहड़ा वो वैलफेयर स्टेट बन सके। ठीक है जी, आर्टिकल 43 डील्स विद द लिविंग वेजिस। ठीक है, आर्टिकल 43A ये डील करता है जी पार्टिसिपेशन ऑफ वर्कर्स, पार्टिसिपेशन ऑफ वर्कर्स इन मैनेजमेंट ऑफ इंडस्ट्रीज। ठीक है जी, आर्टिकल 43A पार्टिसिपेशन ऑफ वर्कर्स इन मैनेजमेंट ऑफ इंडस्ट्रीज। ठीक है, तो ये सारा सीगा अपना आर्टिकल नंबर 43 एंड 43A। नैक्सट है जी आर्टिकल नंबर 47, इट डील्स विद पब्लिक हेल्थ। ठीक है, ਇਹਦੇ 'ਚ ਕੀ ਹੈ ਜੀ ਆਪਣੇ ਹੈਲਥ, ਆਪਣਾ ਹੈਲਥ ਹੀ ਜਿਹੜਾ ਪਬਲਿਕ ਹੈਲਥ ਲਈ ਪ੍ਰੋਪਰ ਇਨਫਰਾਸਟ੍ਰਕਚਰ ਤਿਆਰ ਕਰਨਾ ਇੱਕ ਸਟੇਟ ਦੀ ਜ਼ਿੰਮੇਵਾਰੀ ਹੈ। ਫੋਰ ਐਗਜ਼ਾਮਪਲ ਹੁਣ ਕਰੋਨਾ ਦਾ ਟਾਈਮ ਚੱਲ ਰਿਹਾ ਤਾਂ ਆਰਟੀਕਲ 47 ਪਲੇਜ਼ ਇਨਟੂ ਦੀ ਪਿਕਚਰ।
ठीक है, किवें आऊगा जी, देखो जो भी सारे सुविधावां है, ठीक है, भी अपने ਜਿਹੜੇ ਪਬਲਿਕ ਪਲੇਸਿਸ ਹੈ ਉੱਥੇ ਸੈਨੀਟਾਈਜ਼ਰ ਦੀ ਸੁਵਿਧਾ, ਠੀਕ ਹੈ, ਜਿਹੜੇ ਆਈਸੀਯੂ ਬੈੱਡ ਹੋਣਗੇ ਗਵਰਨਮੈਂਟ ਹਸਪੀਟਲ ਦੇ ਵਿੱਚ, ਈਚ ਐਂਡ ਐਵਰੀਥਿੰਗ, ਠੀਕ ਹੈ। ਤਾਂ 47 ਇਹੀ ਕਹਿੰਦਾ ਵੀ देयर शुड बी ਪਬਲਿਕ ਹੈਲਥ ਇਨਫਰਾਸਟ੍ਰਕਚਰ, ਠੀਕ ਹੈ। ਤਾਂ ਜੋ ਵੀ ਆਪਣੀ ਸਟੇਟ ਗਵਰਨਮੈਂਟ ਸੈਂਟਰ ਗਵਰਨਮੈਂਟ ਕੀ ਹੈ ਇਹਦੇ ਰਿਗਾਰਡਿੰਗ ਪਾਲਿਸੀਜ਼ ਬਣਾ ਰਹੀਆਂ ਜਾਂ ਵਰਕ ਕਰ ਰਹੀਆਂ, ਉਹਦਾ ਬੇਸ ਕੀ ਹੈ ਜੀ, ਆਰਟੀਕਲ ਨੰਬਰ 47, ਠੀਕ ਹੈ। ਕਿਉਂਕਿ ਇਹ ਡਾਇਰੈਕਟਿਵ ਪ੍ਰਿੰਸੀਪਲ ਹੈ ਕਿਸੇ ਵੀ ਸਟੇਟ ਪਾਲਿਸੀ ਦਾ, ਵੀ ਜੋ ਪਾਲਿਸੀ ਬਣਾ ਰਹੀ ਹੈ ਤਾਂ ਉਹਨੂੰ ਪਬਲਿਕ ਹੈਲਥ ਜ਼ਰੂਰ ਇਨਕਲੂਡ ਕਰਨਾ ਚਾਹੀਦਾ ਹੈ, ठीक है। ये सीगे अपने सोशलिस्टिक फीचर्स, सोशलिस्टिक फीचर के आर्टिकल सारे आप कर लेते। हुण आप देखो जी, एक आर्टिकल दो प्रोविजन के भी हो सकता है, ठीक है, वो चीज़ ध्यान च रखनी है। देखो सोशलिस्टिक के जिवें आर्टिकल 43 आ गया, तो 43 की कोई होर क्लास गांधीयन या लिबरल के भी हो सकती है, ठीक है, ये चीज़ ध्यान रखनी है। तो नैक्सट आप देखांगे जी गांधीयन। नैक्सट अपने कोल गांधीयन प्रिंसीपल्स। ये गांधीयन प्रिंसीपल्स दे विच जिन्ने भी आर्टिकल्स होणगे वो महात्मा गांधी की फिलोसफी के आधारित होणगे। पहला ही आर्टिकल तुसीं देख सकते जिहड़ा इहदे च आउंदा है, आर्टिकल नंबर 40। आर्टिकल नंबर 40 डील्स विद विलेज पंचायत्स। पिंडां नूं आत्म निर्भर बनाउण दे लई, ठीक है, विलेज पंचायत का कंसैप्ट दिता सी महात्मा गांधी ने। ਤਾਂ ਇੱਥੋਂ ਹੀ DPSP ਦੇ ਵਿੱਚੋਂ ਹੀ ਚੱਕਿਆ ਗਿਆ, ਠੀਕ ਹੈ। ਤਾਂ ਹੁਣ ਕੀ ਹੈ, ਉਹਨਾਂ ਨੂੰ ਆਪਣੀ ਲੀਗਲ ਰਿਕੋਗਨਾਈਜੇਸ਼ਨ ਮਿਲੀ ਹੋਈ ਹੈ, ਕਿਹਨਾਂ ਨੂੰ, ਪੰਚਾਇਤ ਨੂੰ। ਪੰਚਾਇਤੀ ਰਾਜ ਇੰਸਟੀਟਿਊਸ਼ਨ ਆਪਣੇ ਹੁਣ ਵੈਲ ਐਸਟੈਬਲਿਸ਼ਡ ਹੈ, ਠੀਕ ਹੈ। ਤਾਂ ਇਹ ਕਿੱਥੋਂ ਆਇਆ ਸੀਗਾ ਜੀ, ਇਹਦਾ ਬੇਸ ਕੀ ਬਣਿਆ, ਆਰਟੀਕਲ ਨੰਬਰ 41 ਡੈਟ ਆਰ ਵਿਲੇਜ ਪੰਚਾਇਤਸ। ਇਹ ਕੰਸੈਪਟ ਕਹਿੰਦਾ ਸੀਗਾ ਗਾਂਧੀ ਦਾ, ਤਾਂ ਕਰਕੇ ਗਾਂਧੀਅਨ ਪ੍ਰਿੰਸੀਪਲਸ ਦੇ ਵਿੱਚ ਆਪਾਂ ਇਹਨੂੰ ਇਨਕਲੂਡ ਕੀਤਾ। ਨੈਕਸਟ ਹੈ ਜੀ ਆਰਟੀਕਲ ਨੰਬਰ 43, ਪ੍ਰੋਮੋਸ਼ਨ ਆਫ कॉटेज इंडस्ट्रीज, ठीक है। तो यह भी गांधी का कंसैप्ट सीगा भी किवें कॉटेज इंडस्ट्री को अपन प्रमोट करना चाहिए, तो भी DPSP दे विच है, ठीक है। नैक्सट है अपने को आर्टिकल 43B, इट डील्स विद कोऑपरेटिव सोसाइटीज़। नैक्सट है जी आर्टिकल नंबर 46। 46 डील करता है टू इंश्योर द इंटरस्ट ऑफ SC, ST and other weaker section। टू इंश्योर द इंटरस्ट ऑफ सुप्रीम कोर्ट नहीं, SC, ST, शेड्यूल कास्ट, शेड्यूल ट्राइब्स एंड अदर वीकर सैक्शंस टू प्रोटैक्ट दैम फ्रॉम इनजस्टिस, ठीक है। इन्हां नाल की है, अन्याय नहीं होना चाहिए, ठीक है जी। ये सीगा आर्टिकल नंबर 46। नैक्सट आप देखते हैं आर्टिकल नंबर 47। ठीक है, इनटॉक्सिकेंट सबसटांस के बारे, मतलब कंजम्पशन ऑफ इनटॉक्सिकेंट सबसटांस जोड़ा भी अपने फॉर एग्जाम्पल तंबाकू है, ठीक है, एवें दी जिहड़ियां भी चीज़ां, ठीक है, जां तुसीं कह सकते हो मतलब दारू हो गया, तंबाकू हो गया, ठीक है, जिहड़े भी बाकी ड्रग्स चल रहे हैं, ठीक है। तो उन्हां दी कंजम्पशन की है, उहदे ते रोक लाउणी चाहिए। ये भी एक स्टेट की पॉलिसी दे विच होना चाहिए, ठीक है जी। जिवें अपने जिहड़ी करंट गवर्नमेंट है उन्होंने मैनीफेस्टो दे विच सी कि मतलब वो की है पंजाब दे विच प्रॉपर की है नशा खत्म कर देंगे, ठीक है। तो होया कि नहीं, यू ऑल नो, ठीक है। तो ये की है वैसे अंडर आर्टिकल 47। तो नैक्सट आप देखते हैं जी आर्टिकल नंबर 48। दिस इज़ अबाउट स्लॉटरिंग ऑफ काउज, ठीक है। हुणे जो लो आया कि जो अपना स्लॉटरिंग ऑफ काउज की है बैन हो गई अपने इंडिया के इनका बेस की सी बैन करन दा, ठीक है, या ये मुद्दा क्यों उठा, तो क्योंकि ये DPSP दे विच हैगा सी, ठीक है। तो ये हुण अपना DPSP चो चक के इनू की है लो बनाया गया, डैट इज़ अंडर आर्टिकल नंबर 48।
ठीक है जी, ये तुसीं नोट करो। नैक्सट आपां गल करांगे लिबरल पॉलिसीज़ की, भी लिबरल दे विच अपने किहड़े-किहड़े आर्टिकल्स आउंदे आ। ठीक है, ये तुसीं नोट कर सकते हो। नैक्सट लिबरल दे विच आपां देखांगे आर्टिकल नंबर 44, वेरी इंपॉर्टेंट। दिस डील्स विद यूनिफॉर्म सिविल कोड। ठीक है, यूसीसी। ठीक है, यूनीफॉर्म सिविल कोड होनी चाहिए है, इरिस्पैक्टिव ऑफ रिलीजन कास्ट, मतलब सारे लिए की है एको अपने की है कोडिफिकेशन ऑफ लॉज होना चाहिए अकॉर्डिंग टू आर्टिकल नंबर 44 यूनीफॉर्म सिविल कोड। ये अपने अजे प्रोविजन नहीं आई। ठीक है, बिकॉज इन्नी ज़्यादा डाइवर्सिटी के की है एक सारे कोड्स नू ठीक है इकट्ठा कर देना। ठीक है, भी जिन्ने भी अपने लॉ है ठीक है तो वो की है हजे पॉसिबल अपने सोसाइटी के नहीं कि दैट्स वाई यूनीफॉर्म सिविल कोड डजन कम इन टू द पिक्चर। ठीक है, टिल डेट। देखो नैक्सट आप देखेंगे आर्टिकल नंबर 45। आर्टिकल नंबर 45 डील्स विद अर्ली चाइल्डहुड केयर। ठीक है, एक ही कहता है भी अप टू 6 ईयर ਜਿਹੜੇ ਬੱਚੇ ਹੈ ਠੀਕ ਹੈ ਉਹਨਾਂ ਦੀ ਕੀ ਹੈ अर्ली चाइल्डहुड केयर होनी चाहिए है, नाल की है उन्होंने स्टडी भी करवानी चाहिए है। डैट इज़ देयर नॉट देयर फंडामेंटल राइट बट एक ही है अपने DPSP ਦੇ ਵਿੱਚ ਕੀ ਹੈ ਇਨਕਲੂਡਿਡ ਹੈ अर्ली चाइल्डहुड केयर ਦੇ ਨਾਮ ਤੇ आर्टिकल नंबर 45। ਨੈਕਸਟ ਆਪਾਂ ਦੇਖਦੇ ਹਾਂ आर्टिकल नंबर 48। इट्स टॉक अबाउट दी एनिमल हस्बेंड्री एंड agricultural practices based on modern technology। कि आपां नूं जिहड़ियां किसी भी स्टेट दे विच जिहड़ी पॉलिसी बनाउण दे लई आपां एनिमल हस्बेंड्री ते एग्रीकल्चर प्रैक्टिसिस नूं मॉडर्न टैक्नोलॉजी दे नाल डील करिए, ये की है अपने स्टेट दी पॉलिसी दे विच होना चाहिए अकॉर्डिंग टू आर्टिकल नंबर 48। ठीक है, नैक्सट इनू नोट करो। नैक्सट देखते हैं नैक्सट इज ऑल्सो वेरी इंपॉर्टेंट। ठीक है, आर्टिकल नंबर 48A। टू safeguard our environment, वाइल्ड एटसैक्ट्रा। भी इन्वायरमेंट सेफगार्ड करने का भी अपनी की है पॉलिसी जी अपन सारिया होनी चाहिए। वाटर कंजरवेशन एक्ट आ गया अपना। ठीक है, या जोड़े भी जोड़े स्टेट आ प्रिंसीपल फॉलो करता इन्वायरमेंट की प्रोटैक्शन के लिए वो सारे का बेस की होंगे आर्टिकल नंबर 48A। ये तुसी नोट कर सकते हो। नैक्सट है जी आर्टिकल नंबर 49। आर्टिकल नंबर 49 तो तुसी इहदी ट्रिक भी याद रख सकते हो। ठीक है, जिमें नंजा है ठीक है, नंजा हथौड़ी की है अपनी थोड़ी लैके जाऊगा तो मोनूमेंट्स नूं तोड़ूगा नहीं पर उन्होंने बचाऊगा। ठीक है, टू कंजर्व मोनूमेंट्स ऑफ नेशनल इंपॉर्टेंस। ठीक है जी, आर्टिकल नंबर 49 टू कंजर्व मोनूमेंट्स ऑफ नेशनल इंपॉर्टेंस। आर्टिकल नंबर 50 talks about separation of judiciary and एग्जीक्यूटिव। जुडिशरी तो एग्जीक्यूटिव दोनों की अलग अलग होने चाहिए है। ठीक है, फॉर द बेटर फंक्शनिंग ऑफ प्रोविजंस। ठीक है, आर्टिकल 50 हो गया सेपरेशन ऑफ जुडिशरी एंड एग्जीक्यूटिव। पहला भी तुहानूं दस्सिया सीगा
ਜਿਵੇਂ ਆਪਾਂ ਅਮਰੀਕਾ ਦੀ ਜੁਡੀਸ਼ਰੀ ਦੀ ਗੱਲ ਕਰੀਏ ਤਾਂ ਉਹ ਵਰਲਡ ਦੀ ਸਟਰੋਂਗੈਸਟ ਜੁਡੀਸ਼ਰੀ ਮੰਨੀ ਜਾਂਦੀ ਹੈ। ਕਿਉਂ? ਕਿਉਂਕਿ ਉਹਦੇ ਵਿੱਚ ਬਿਲਕੁਲ ਸੈਪਰੇਟ ਹੈ। ਜੁਡੀਸ਼ਰੀ ਦਾ ਲੈਜਿਸਲੇਟਿਵ ਤੇ ਐਗਜ਼ੀਕਿਊਟਿਵ ਨਾਲ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਐਗਜ਼ੀਕਿਊਟਿਵ ਤੇ ਲੈਜਿਸਲੇਟਿਵ ਤੇ ਜੋ ਕੁਝ ਹੋ ਰਿਹਾ ਉਹਨੂੰ ਸੁਪਰਵਾਈਜ਼ ਕਰਨਾ ਜੁਡੀਸ਼ਰੀ ਨੇ। ਜੇ ਦੋਨੋਂ ਸਾਰੀਆਂ ਚੀਜ਼ਾਂ ਰਲ ਜਾਣਗੀਆਂ ਫਿਰ ਕੀ ਹੈ, ਸੁਪਰਵਾਈਜ਼ ਨਹੀਂ ਹੋ ਸਕਦਾ। ਠੀਕ ਹੈ, ਐਕਚੁਅਲ ਦੇ ਵਿੱਚ ਕੀ ਹੈ, ਸੁਪਰੀਮ ਕੋਰਟ ਇਹਨਾਂ ਦੇ ਕੀ ਕਰਦੀ ਹੈ, ਆਈ ਵਾਚ ਕਰ ਰਹੀ ਜੁਡੀਸ਼ਰੀ। ਠੀਕ ਹੈ, ਤੇ ਜੋ ਜੁਡੀਸ਼ਰੀ ਲੈਜਿਸਲੇਟਿਵ ਤੇ ਐਗਜ਼ੀਕਿਊਟਿਵ ਨਾਲ ਰਲ ਜੂਗੀ ਤਾਂ ਫਿਰ ਕੀ ਰਹੇਗਾ। ਠੀਕ ਹੈ, ਦੈਟਸ ਵਾਈ देयर ਸੈਪਰੇਸ਼ਨ ਇਜ਼ ਨੈਸੈਸਰੀ फॉर द प्रॉपर फंक्शनिंग ऑफ लॉज। ठीक है, तो नैक्सट आप देखेंगे लास्ट आर्टिकल, आर्टिकल नंबर 51। आर्टिकल नंबर 51 किहदे नाल डील करता है जी, इंटरनेशनल पीस। ठीक है, भी अपनी बाकी कंट्रीज़ के नाल भी की है पीसफुल रिलेशन होने चाहिए। पीसफुल रिलेशन बनाने के लिए अपन वो जी पॉलिसीज़ की है डेवलप करनी चाहिए किसी भी स्टेट को। ये कौन दसदा जी, आर्टिकल नंबर 51 डैट इज़ टॉकिंग अबाउट इंटरनेशनल पीस। ये 36 तो 51 आर्टिकल्स आप डीमार्केट करके ये देखा भी सोशलिस्टिक फीचर्स किहड़े है, गांधीन प्रिंसिपल्स किहड़े है तो लिबरल प्रिंसिपल्स किहड़े है। सीधा क्वेश्चन भी आ सकता है। आर्टिकल 44 डील्स विद यूनीफॉर्म सिविल कोड। ठीक है, आर्टिकल 48 डील्स विद द सेफगार्ड ऑफ इन्वायरमेंट। ये आ सकता भी इस थल्ले जिहड़े आर्टिकल लिखे इन्हां च गांधीन प्रिंसिपल किहड़े है। ठीक है, तुसीं चूज कर सकते हो जे तुसीं आर्टिकल जे तुसीं लैक्चर वधिया तरीके नाल देखिआ। ठीक है, ये आ सकता गांधीन प्रिंसिपल्स किहड़े है, लिबरल प्रिंसिपल्स किहड़े है। तो ये आ सकता कि जिहड़ा DPSP है आपां कित्थों अडोप्ट कीता, आयरिश कॉन्स्टिट्यूशन तो, आयरलैंड तो। ठीक है जी, तो ये आ सकता है कि इहदे किहड़े किहड़े आर्टिकल है 36 तो लैके 51 तक। ठीक है जी, तो डायरैक्टिव प्रिंसिपल्स जस्टिशिएबल है कि नहीं है, तो वो की है, दे आर नॉट जस्टिशिएबल। ठीक है, तो ये सारा आप प्रोविजन इहदे चों कर ली। हुण एक लास्ट एक इंपॉर्टेंट क्वेश्चन बनता है कि एक अमेंडमेंट सी 42nd अमेंडमेंट 1976। तो 42nd अमेंडमेंट 1976 ने ना 4 DPSP ऐड किए सीगे। वो 4 DPSP किहड़े सीगे, वो पक्का ही होना पेपर च क्वेश्चन इफ यू आर प्रिपेयरिंग फॉर PCS। ठीक है, तो वो सीगे आर्टिकल नंबर 39, आर्टिकल नंबर 39A, आर्टिकल नंबर 48 एंड आर्टिकल नंबर 43A। ये 4 आर्टिकल्स जिहड़े 42nd अमेंडमेंट 1976 नाल ऐड होए सी। आर्टिकल 39, आर्टिकल 39A, आर्टिकल 48A, आर्टिकल 43A। ठीक है, नैक्सट अगला क्वेश्चन देखो, जिहड़ी 86th अमेंडमेंट सी जी 2002, इहदे नाल अपना एक DPSP ऐड होया सी, डैट इज़ आर्टिकल 45। ठीक है, जिहड़ा की सीगा अर्ली चाइल्डहुड केयर। ठीक है, तो ये सीगे अपने क्वेश्चन। ठीक है।